अस्सलाम वालेकुम चाचा चैंपियन ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ ਚ ਕੱਲ ਕਿਸੇ ਨੇ ਪੁੱਛਿਆ ਜੀ ਇਹ ਚਾਚਾ ਚੈਂਪੀਅਨ ਨਾਂ ਕਿਹਨੇ ਦਿੱਤਾ ਆ ਜਿਸ ਤਰ੍ਹਾਂ ਤੁਸੀਂ ਮੈਂ ਮਨੀਰੇ ਮਿਸਤਰੀ ਸੁਗਰ ਰੱਖਿਆ ਨਾਂ ਉਹ ਮੈਂ ਆਪੇ ਹੀ ਆਪਣਾ ਨਾਂ ਚਾਚਾ ਚੈਂਪੀਅਨ ਰੱਖਿਆ ਦੁਨੀਆ 'ਚ ਅਗਰ ਕੋਈ ਬੰਦਾ ਜੀਏ ਨਾ ਉਹ ਚੈਂਪੀਅਨ ਬਣ ਕੇ ਜੀਏ ਔਰ ਮੈਂ ਰੀਅਲ ਟਰਮਸ ਤੇ ਚੈਂਪੀਅਨ ਬਣ ਕੇ ਜੀ ਰਿਹਾ ਆਰਟੀਫਿਸ਼ਲ ਤੇ ਨਹੀਂ ਤੁਸੀਂ ਅੱਜ ਦੇਖੋ ਉਹ ਮੈਂ ਮੌਸਮ ਦਾ ਹਾਲ ਪਹਿਲਾਂ ਦੱਸਦੇ ਹਾਂ ਕਿ ਬਾਹਰ ਮੌਸਮ ਠੀਕ ਹੀ ਹੈ ਮੈਂ ਬਾਹਰੋਂ ਵੀ ਕਰ ਸਕਦਾ ਸੀ ਉਹ ਥੋੜਾ ਜਿਹਾ ਹੁੰਮ ਜਿਹਾ ਸੀ ਵੈਸੇ 29 ਡਿਗਰੀ ਸੈਂਟੀਗ੍ਰੇਡ ਹੈ ਆਹਿਸਤਾ ਆਹਿਸਤਾ ਮੌਸਮ ਠੀਕ ਹੁੰਦਾ ਰਹੇਗਾ ਤੇ ਮਾਮਲਾਤ ਅੱਛੇ ਚੱਲਦੇ ਰਹਿਣਗੇ ਕਦੀ ਕੱਲ ਮੈਂ ਸ਼ਾਮ ਬਾਹਰੋਂ ਵੀ ਲੌਗ ਕੀਤਾ ਸੀ ਤੇ ਮੈਂ ਕਿਹਾ ਅੱਜ ਅੰਦਰੋਂ ਵੀ ਲੌਗ ਕਰ ਲਈਏ ਆਪਣੇ ਲਾਉਂਜ ਤੋਂ ਪੀਕੇ ਉਹ ਜਿਹੜੀ ਜਨਾਬ ਸਾਹਿਬ ਆਪਣੇ ਕੁਰਦਿਸਤਾਨ ਦੀ ਪਾਰਟੀ ਸੀ ਉਹਨੇ ਆ ਸਰੈਂਡਰ ਕੀਤਾ 40 ਸਾਲ ਜੰਗ ਤੋਂ ਬਾਅਦ 40 ਸਾਲ ਜੰਗ ਤੋਂ ਬਾਅਦ ਤੋਂ ਜੀ ਅੱਜ ਉਹਨੇ ਸਰੈਂਡਰ ਕੀਤਾ ਹੈ ਅੰਦਾਜ਼ਾ ਲਾਓ ਤੁਸੀਂ ਉਹ ਤੁਰਕੀ ਦੇ ਖਿਲਾਫ ਜੰਗ ਕਰ ਰਹੀ ਸੀ ਸੀਰੀਆ ਦੇ ਖਿਲਾਫ ਜੰਗ ਕਰ ਰਹੀ ਸੀ ਇਰਾਕ ਦੇ ਅੰਦਰ ਜੰਗ ਕਰ ਰਹੇ ਸੀ ਉਹਨਾਂ ਨੇ ਆਪਣੇ ਹਥਿਆਰਾਂ ਨੂੰ ਅੱਗ ਲਾਈ ਡੈਮੋਨਸਟ੍ਰੇਟ ਕੀਤਾ ਕਿ ਬਸ ਭਈ ਬਹੁਤ ਹੋ ਗਈ ਅਸੀਂ ਹੁਣ ਅਮਨ ਚਾਹੁੰਦੇ ਹਾਂ ਅੱਛਾ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਹੈ ਆਪਣੀ ਉਹਨਾਂ ਨੇ ਤਾਕਤ ਮਨਵਾ ਲਈ ਹੈ ਹੁਣ ਉਹ ਵੋਟ ਦੇ ਜ਼ਰੀਏ ਆਪਣਾ ਸ਼ਾਮਲ ਹੋ ਕੇ ਇਨਕਲੂਡ ਹੋ ਕੇ ਉਸ ਹਕੂਮਤ 'ਚ ਲਾਈਕ ਦੇਖੇ ਨਾ ਜੀ ਉਹ ਕੁਰਦ ਸਦਾਮ ਹੁਸੈਨ ਉਹ ਸ਼ੀਆ ਉੱਥੇ ਜ਼ਿਆਦਾ ਸੀ ਤੇ ਉਹ ਜੀ ਉਹ ਸਦਾਮ ਹੁਸੈਨ ਸੁੰਨੀ ਲੀਡ ਕਰ ਰਿਹਾ ਸੀ ਤੇ ਇਸ ਤਨਾਸਬ ਦੇ ਨਾਲ ਉਹ ਕੋਈ ਲੜਾਈ ਫੱਡਾ ਚੜਾਈ ਚੱਲ ਰਹੇ ਸੀ ਜਿਹੜੇ ਹੁਣ ਮਾਮਲਾ ਇਹ ਟ੍ਰਾਈਬਲ ਸਿਸਟਮ ਟ੍ਰਾਈਬਸ ਦੁਨੀਆ ਵਾਪਸ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਸੀ ਟ੍ਰਾਈਬਲ ਸੈਟਿੰਗਸ ਦੁਨੀਆ ਵਾਪਸ ਜਾਏਗੀ ਲੋਕਾਂ ਨੇ ਕਿਹਾ ਗਲੋਬਲਾਈਜੇਸ਼ਨ ਹੋਏਗੀ ਮੋਰ ਨੈਸ਼ਨਲ ਸਟੇਟਸ ਬਣਨਗੀਆਂ ਬਿਲਕੁਲ ਨਹੀਂ ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਲੱਗ ਨਹੀਂ ਹੋਇਆ ਟ੍ਰਾਈਬਸ ਜੋ ਉੱਥੇ ਲੋਕ ਰਹਿ ਰਹੇ ਹੈ ਵਿਦਿਨ ਦੈਟ ਬਾਉਂਡਰੀ ਬਲੋਚਿਸਤਾਨ ਵੀ ਅਲੱਗ ਨਹੀਂ ਹੋਏਗਾ ਟ੍ਰਾਈਬਸ 'ਚ ਲੋਕਾਂ ਦਾ KPK ਇਹ ਸਾਰਾ ਕੁਝ ਟ੍ਰਾਈਬਸ 'ਚ ਰਹਿਣ ਦਾ ਸਿਲਸਿਲਾ ਹੋਏਗਾ ਮੈਂ ਤੁਹਾਨੂੰ ਦੱਸਦੇ ਹਾਂ ਇੱਕ ਸਕਾਲਰ ਸੀ ਮੇਰੇ ਉਹਦੇ ਨਾਲ ਇੱਕ ਵਾਰੀ ਬੜਾ ਰਫੜਾ ਜਿਹਾ ਇੱਥੇ ਅਮਰੀਕਾ 'ਚ ਪਿਆ ਸੁਡਾਨ ਦੀ ਇੰਡੀਪੈਂਡੈਂਸ ਤੇ ਡਿਸਕਸ਼ਨ ਹੋ ਰਹੀ ਸੀ ਸੁਡਾਨ 2011 ਚੋਂ ਥੱਲਾ ਮਸ਼ਰਕੀ ਸੁਡਾਨ ਸਾਊਥ ਸੁਡਾਨ ਸੈਪਰੇਟ ਹੋਇਆ ਕ੍ਰਿਸਚੀਅਨ ਸੀ ਉੱਥੇ ਜ਼ਿਆਦਾ ਉਹ ਭੁੱਖ ਨੰਗ ਵੀ ਉੱਥੇ ਜ਼ਿਆਦਾ ਹਾਲਾਂਕਿ ਆਇਲ ਉੱਥੇ ਹੈ ਤੇ ਉਹ ਕਹਿੰਦੀ ਸੀ ਜੀ ਹੁਣ ਅਗਲੀ ਸਟੇਟ ਕੁਰਦਿਸਤਾਨ ਹੈ ਮੈਂ ਕਿਹਾ ਜੀ ਬਿਲਕੁਲ ਅੱਛਾ ਇਹਨਾਂ ਨੇ ਆਪਣੇ ਲਈ ਇਲਾਕਾ ਡਿਮਾਰਕੇਟ ਕਰ ਲਿਆ ਸੀ ਤੁਰਕੀ ਵੱਲ ਸੀਰੀਆ ਵੱਲ ਇਰਾਕ ਵੱਲ ਕਿ ਉੱਥੇ ਕੁਰਦਿਸਤਾਨ ਸਟੇਟ ਬਣੀ ਲਓ ਜੀ ਅੱਜ ਇੱਕ ਸਟੇਟ ਬਣਨ ਦਾ ਤੇ ਮਾਮਲਾ ਠੱਪ ਹੋ ਗਿਆ ਤੇ ਬਲੋਚਿਸਤਾਨ ਕਿੱਥੋਂ ਬਣੇਗਾ ਠੀਕ ਹੈ ਜੀ ਇਹ ਕੋਈ ਮਨੀਰੇ ਮਿਸਤਰੀ ਸੂਰ ਲਈ ਖੁਸ਼ਖਬਰੀ ਨਹੀਂ ਹੈ ਇਹ ਤੇ ਮੈਂ ਵੈਸੇ ਦੱਸ ਰਿਹਾ ਕਿ ਕਿਸ ਤਰ੍ਹਾਂ ਟ੍ਰਾਈਬਲ ਸੈਟਿੰਗਸ ਵਾਲ ਮਾਮਲਾ ਚੱਲ ਰਿਹਾ ਤੁਹਾਨੂੰ ਮੈਂ ਹਿਸਟਰੀ ਦਾ ਵੀ ਨੌਲੇਜ ਦਿੰਦਾ ਰਹਿੰਦਾ ਆ ਤਾਰੀਖ ਤੋਂ ਸਪਿਰਚੁਅਲਿਟੀ ਤੋਂ ਕੱਲ ਸਾਡੇ ਬੜੇ ਕੋਈ ਸੋਹਣੇ ਡਾਕਟਰ ਜਵਾਦ ਸਾਹਿਬ ਹੈ ਸਲਿਮ ਸਮਾਰਟ ਚੇਪ ਤੇ ਵੱਡਾ ਸਾਰਾ ਕੋਈ ਕੁੱਤਾ ਰੱਖਿਆ ਹੈ ਉਹਨਾਂ ਨੇ ਜਨਾਬ ਸਾਹਿਬ ਤੇ ਮੈਨੂੰ ਉਹਨਾਂ ਨੇ ਸ਼ਾਮ ਨੂੰ ਰਾਬਤਾ ਕੀਤਾ ਯਾਰ ਤੁਸੀਂ ਬੜੇ ਚੰਗੇ ਲੱਗੇ 2 ਦਿਨ ਪਹਿਲਾਂ ਮੈਂ ਸੁਣਿਆ ਤੇ ਤੁਹਾਡੀ ਇਹ ਰੂਹਾਨੀਅਤ ਵਾਲੀ ਨੈਚੁਰਲ ਵਾਲੀ ਗੱਲ ਬੜੀ ਪਸੰਦ ਆਈ ਮੈਂ ਕਿਹਾ ਜੀ ਬਿਲਕੁਲ ਅਸੀਂ ਹਰ ਬੰਦਾ ਜਿਹੜਾ ਆ ਉਹ ਯੂਨੀਕ ਹੈ ਮੁਨਫਰਿਦ ਹੈ ਅੰਗੂਠੇ ਨਹੀਂ ਮਿਲਦੇ ਇੱਕ ਦੂਸਰੇ ਦੇ ਨਾਲ ਨੰਬਰ 2 ਸਾਡੇ ਹਰ ਬੰਦੇ ਜਿਹੜੇ ਆ ਨਾ ਜੀ ਸਾਡਾ ਬੰਦਾ ਉਹ ਆਪਣੇ ਤਾਈਂ ਜਿਹੜਾ ਆ ਉਹ ਰੂਹ ਦੀ ਰੋਸ਼ਨੀ ਮੁਨੱਵਰ ਇੰਨੀ ਐਕਸਲੈਂਸ ਕਰ ਸਕਦਾ ਪੈਗੰਬਰਾਂ ਦੀ ਰੋਸ਼ਨੀ ਤੱਕ ਉਹ ਆਪਣੀ ਐਕਸਲੈਂਸ ਨੂੰ ਪਹੁੰਚਾ ਸਕਦਾ ਆ ਇਸ ਔਰ ਉਹ ਤੀਸਰਾ ਕੰਪੀਟੀਸ਼ਨ 'ਚ ਨਹੀਂ ਕਿਸੇ ਨਾਲ ਉਹ ਮੁਕਾਬਲੇ 'ਚ ਨਹੀਂ ਅਸੀਂ ਕਿਸੇ ਨਾਲ ਮੈਂ ਡਾਕਟਰ ਜਵਾਦ ਨਾਲ ਮੁਕਾਬਲੇ 'ਚ ਨਹੀਂ ਡਾਕਟਰ ਜਵਾਦ ਸਾਡੇ ਡਾਕਟਰ ਸ਼ਾਇਦ ਨਸਰ ਸਾਹਿਬ ਨਾਲ ਮੁਕਾਬਲੇ 'ਚ ਨਹੀਂ ਕੋਈ ਕਿਸੇ ਨਾਲ ਮੁਕਾਬਲੇ 'ਚ ਨਹੀਂ ਇੱਕ ਆਪਣੀ ਇਨਫਰਾਦੀ ਜਿੰਦਾ ਹੈ ਦਰਖਤ ਇੰਡੀਪੈਂਡੈਂਟ ਨੇ ਸਾਰੇ ਆਪਣਾ ਇਕੱਠੇ ਗੁਣ ਗਾਉਂਦੇ ਨੇ ਕੁਦਰਤ ਦੇ ਸੁਭਾਨ ਅੱਲਾ ਠੀਕ ਹੈ ਜੀ ਅੱਛਾ ਫਿਰ ਅਸੀਂ ਇੰਟਰਡਿਪੈਂਡੈਂਟ ਨਹੀਂ ਹੈ ਸਹਾਰਾ ਨਹੀਂ ਕਿਸੇ ਤੇ ਸਾਡਾ ਕਨੈਕਟਡ ਹੈ ਸਹਾਰਾ ਨਹੀਂ ਹੈ ਠੀਕ ਹੈ ਨਾ ਜੀ
ਮੈਂ ਜਿੰਦਾ ਕਿਹਾ ਕੋਈ ਕਿਸੇ ਤੋਂ ਕੋਈ ਚੰਗਾ ਨਹੀਂ, ਬਰਤਰੀ ਨਹੀਂ, ਕਾਲੇ ਤੋਂ ਗੋਰੇ ਤੇ ਜਾਂ ਕੋਈ ਨਸਲ ਦੀ ਕੋਈ ਇਸ ਤਰ੍ਹਾਂ ਦੀ। ਠੀਕ ਹੈ ਨਾ ਜੀ? ਤੁਸੀਂ ਟ੍ਰਾਈਬਸ 'ਚ ਆਪਣੇ ਆਪ ਨੂੰ ਸ਼ਨਾਖਤ ਕਰਾ ਸਕਦੇ ਹੋ। MQM ਦੀ ਇਹੀ ਗਲਤੀ ਸੀ ਕਿ ਉਹਨਾਂ ਨੇ ਮੁਹਾਜਰ ਕੌਮੀ ਮੂਵਮੈਂਟ ਬਣਾਈ, ਬਾਅਦ ਤੋਂ ਉਹਨਾਂ ਨੂੰ ਜ਼ੇਨ ਆਇਆ ਮੁਤਹਿਦਾ ਕੌਮੀ ਮੂਵਮੈਂਟ। ਉਹ ਇਸ ਤਰ੍ਹਾਂ ਨਾ ਕਰਦੇ ਤੇ ਸ਼ਾਇਦ ਉਹ ਇੰਨੀ ਜਲਦੀ ਠੁੱਸ ਨਾ ਆਉਂਦੇ। ਇਸ ਤਰ੍ਹਾਂ ਮੂਵਮੈਂਟਸ ਕਦੀ ਨਹੀਂ ਚੱਲਦੀਆਂ ਹੁੰਦੀਆਂ। ਹਾਂ, ਇਹ ਕਾਦੀਆਨੀ ਇਸ ਤਰ੍ਹਾਂ ਖੁਦ ਪਟੈਸ ਮਾਮਲਾ ਚਲਾਉਂਦੇ ਹੈ ਕਿ ਕੰਟਰੋਲ ਦਾ, ਉਹ ਕੋਈ ਨਾ ਲਿੰਗੁਇਸਟਿਕ ਬੇਸਿਸ ਤੇ ਹੈ ਨਾ ਰਿਲੀਜਨ ਦੇ ਬੇਸ ਤੇ ਹੈ, ਉਹ ਸਿਰਫ ਕੰਟਰੋਲ ਦੇ ਬੇਸ ਤੇ ਕਾਦੀਆਨੀ ਮੂਵਮੈਂਟ ਹੈ। ਇਹ ਤੇ ਬਿਲਕੁਲ ਉਸ ਤਰ੍ਹਾਂ ਦੀ ਅਲਮਨਾਟੀ ਦੀ ਤਰ੍ਹਾਂ ਦੀ ਮੂਵਮੈਂਟ ਹੈ ਕਾਦੀਆਨੀਆਂ ਦੀ। ਸੀਕ੍ਰੇਟ ਸੋਸਾਇਟੀ ਹੈ ਕਾਦੀਆਨੀ, ਸਾਰਾ ਸੀਕ੍ਰੇਟ ਸੋਸਾਇਟੀ। ਠੀਕ ਹੈ ਜੀ? ਮੈਨੂੰ ਬੜੀ ਪਜ਼ੀਰਾਈ ਉਸ ਵੀਲੌਗ ਤੇ ਮਿਲ ਰਹੀ ਹੈ, ਕੋਈ 37,000 ਨੇ ਦੇਖ ਲਿਆ। ਉਹ ਕੱਲ ਟਵਿੱਟਰ ਤੇ ਵੀ ਲੋਕਾਂ ਨੇ ਚੁੱਕਿਆ, ਐਕਸ ਤੇ ਮੈਨੂੰ ਬੜਾ ਲੋਕਾਂ ਨੇ ਕਿਹਾ ਜੀ ਤੁਸੀਂ ਜੁਆਇਨ ਕਰੋ। ਮੇਰੇ ਕੋਲ ਇੱਕ ਹੋਰ ਈਮੇਲ ਵੀ ਹੈ ਤੇ ਮੈਂ ਉਸ ਈਮੇਲ ਤੋਂ ਫਿਰ ਇੱਕ ਹੋਰ ਅਕਾਊਂਟ ਬਣਾਇਆ ਹੈ, ਨਜ਼ਰ ਚੋਹਾ 40089 ਕੇ ਕੁਛ ਇਸ ਤਰ੍ਹਾਂ ਦਾ। ਉਹਦੇ ਤੇ ਉਹ ਵੀਡੀਓ ਲੱਗੀ ਹੈ। ਚੋਹਾ ਮੈਂ ਰੱਖਿਆ ਆ, ਚੋਹਾ ਸੈਦਨ ਸ਼ਾਹ, ਸਪ੍ਰਿੰਗ ਚੂਹਾ ਨਹੀਂ, ਸਪ੍ਰਿੰਗ ਚੋਹਾ, ਚੂਹਾ ਕਹਿੰਦੇ ਆ, ਨਜ਼ਰ ਚੂਹਾ, ਇਹ ਸਪ੍ਰਿੰਗ ਹੈ। ਮੈਂ ਤੇ ਪਤਾ ਨਹੀਂ 48009 ਕੇ ਕੀ ਇਸ ਤਰ੍ਹਾਂ ਦਾ ਹੈ ਯਾਰ, ਐਡ ਕਰਕੇ ਹੈਂਡਲ। ਉਹ ਮੇਰਾ ਓਰੀਜਨਲ ਹੈ ਜਿਹਦੇ ਤੇ ਮੈਂ ਉਹ ਵੀਲੌਗ ਵਾਲੀ ਫੋਟੋ ਲਾਈ ਹੈ। ਠੀਕ ਹੈ ਜੀ? ਦੇਖੋ, ਅਗਰ ਮੈਂ ਬੋਲਿਆ ਆ, ਉਹਨੂੰ ਇੰਨੀ ਪਜ਼ੀਰਾਈ ਮਿਲੀ ਹੈ, ਲੋਕਾਂ ਨੇ ਇੰਨਾ ਪਸੰਦ ਕੀਤਾ ਆ। ਦੇਖੋ, ਅਗਰ ਤੁਸੀਂ ਕਰੋੜੋਂ ਲੋਕ ਉਹਨੂੰ ਕੈਰੀ ਕਰੋ ਜਾਂ ਆਪ ਮਨੀਰਾ ਮਿਸਤਰੀ ਨੂੰ ਹਰਾਮ ਦਾ ਕਹੋ, ਉਹਦੀ ਢੂਈ ਮਾਰਨ ਦਾ ਤਸਕਰਾ ਕਰੋ, ਠੀਕ ਹੈ ਜੀ, ਉਹ ਫਿਰ ਤੁਸੀਂ ਦੇਖੋ ਕੀ ਅਸਰ ਪੈਂਦਾ ਹੈ। ਉਹ ਸਰ ਜੀ, ਨਾ ਤੁਸੀਂ ਉੱਥੇ ਜਾ ਕੇ ਲੜਦੇ ਹੋ, ਠੀਕ ਹੈ, ਗਾਲੀਆਂ ਤੇ ਕੁਛ ਵੀ ਨਹੀਂ ਹੈ, ਤੁਸੀਂ ਤੇ ਲੜਦੇ ਵੀ ਨਹੀਂ ਉੱਥੋਂ, ਤੁਸੀਂ ਤੇ ਬੋਲਦੇ ਵੀ ਨਹੀਂ ਉੱਥੋਂ। ਸਭ ਤੋਂ ਵੱਡਾ ਗੁਨਾਹ ਤੇ ਚੁੱਪ ਰਹਿਣ ਵਾਲੇ ਕਰਨ ਡਏ ਨੇ। ਕਿਉਂ? ਕਿਉਂਕਿ ਤੁਸੀਂ ਮਾਦਾ ਪ੍ਰਸਤੀ ਡੁੱਬੇ ਹੋਏ ਹੋ। ਤੁਸੀਂ ਉਹ ਇੱਕ ਅਦਾਕਾਰਾ ਵਿਚਾਰੀ ਨੂੰ ਲੈ ਕੇ ਜੀ, ਉਹ ਮਹੀਨੇ ਤੋਂ ਉਹਦੀ ਲਾਸ਼ ਪਈ ਰਹੀ। ਉਹ ਤੁਸੀਂ ਸਾਰੇ ਵੀ ਤੇ ਲਾਸ਼ਾਂ ਹੋ। ਉਹ ਬਈ 26 ਕਰੋੜ ਵੀ ਤੇ ਲਾਸ਼ਾਂ ਹੀ ਨੇ ਨਾ। ਉਹ ਇਹ 77 ਸਾਲ ਤੋਂ ਲਾਸ਼ਾਂ ਪਈਆਂ, ਉਹ ਇੱਕ ਲਾਸ਼ ਦਾ ਇਹਨਾਂ ਨੂੰ ਮਸਲਾ ਬਣਿਆ ਪਿਆ। ਬੜੋ ਯਾਰ, ਮੁਨੀਰਾ ਮਿਸਤਰੀ, ਸੂਰ, ਨਵਾਜ਼ ਗਾਂਡਾ, ਬਿੱਲੋ ਮੋਰੀ, ਜ਼ਰਦਾਰੀ, ਇਹ ਨਾਲ ਦੇਖ ਕੇ ਮੈਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਇਹਨਾਂ ਨੂੰ ਬਰਦਾਸ਼ਤ ਕਰਦੇ ਹੋ, ਇਹ ਲੋੜੀਆਂ ਜਿਹਾਂ ਨੂੰ। ਉਹ ਅੱਜ ਹਾਮਿਦ ਮੀਰ ਪੈਨ ਚੋਦ ਨਵੀਂ ਕਹਾਣੀ ਲਈ ਉਹਨੂੰ ਪੈਸੇ ਦੇਤੇ ISI ਨੇ ਕਿ ਤੂੰ ਇਹ ਕਹਿ ਦੀ ਕਿ ਜ਼ਰਦਾਰੀ ਇਸਰਾਈਲ ਤਸਲੀਮ ਕਰਨ ਦੇ ਖਿਲਾਫ ਹੈ, ਇਸ ਲਈ ਜ਼ਰਦਾਰੀ ਨੂੰ ਉਤਾਰਨੇ ਦਾ ਇਹ ਕਹਿ ਰਹੇ ਨੇ। ਇਮਰਾਨ ਖਾਨ ਉਹ ਜਮਾਮਾ ਗੋਲਡ ਸਮਿਥ ਦੇ ਥਰੂ ਤਸਲੀਮ ਕਰੇਗਾ ਔਰ ਇਮਰਾਨ ਖਾਨ ਦੇ ਬੱਚੇ ਇਸੇ ਲਈ ਆ ਰਹੇ। ਵਾਹ ਜੀ ਵਾਹ, ਕੀ ਸਟੋਰੀਆਂ ਨੇ, ਕੀ ਕਹਾਣੀਆਂ ਨੇ। ਜੁਰਤ ਕੋਈ ਨਹੀਂ ਦਿਖਾ ਰਿਹਾ, ਹਿੰਮਤ ਕੋਈ ਨਹੀਂ ਦਿਖਾ ਰਿਹਾ। ਮੇਰੇ ਬਾਰੇ ਲੋਕਾਂ ਨੇ ਜਾਣਨ ਦੀ ਬੜੀ ਕੋਸ਼ਿਸ਼ ਕੀਤੀ। ਉਹ ਕੋਈ, ਮੈਂ ਉਸ 27 ਦੀ ਲਿਸਟ ਕੋਈ ਪ੍ਰੋਮੀਨੈਂਟ ਆਦਮੀ ਨਹੀਂ ਸੀ, ਕੋਈ ਲੋਕ ਜਾਣਦੇ ਨਹੀਂ ਸੀ। ਬਿਹਤਰ ਇਹ ਹੈ ਕਿ ਮੇਰੀ ਕਿਤਾਬ ਖਰੀਦੋ, ਕਿਤਾਬ ਪੜ੍ਹੋ। ਅੱਜ ਵੀ ਕੋਈ ਬਹਿਰੇਨ ਤੋਂ ਕਹਿ ਰਿਹਾ ਸੀ ਕਿ ਮੈਨੂੰ ਚਾਹੀਦੀ ਹੈ। ਮੇਰੇ ਕੋਲ ਕੋਈ 20-25 ਕਿਤਾਬਾਂ ਨੇ ਜਿਹੜੀਆਂ ਕਿ ਮੈਂ ਆਟੋਗ੍ਰਾਫ ਤੁਹਾਨੂੰ ਕਿਤਾਬ ਭੇਜ ਦਿਆਂਗਾ, ਜਿਹੜੇ ਪਤੇ ਤੇ ਵੀ $20 ਸਿਰਫ ਉਹਦੀ ਕੀਮਤ ਹੈ। ਔਰ ਲੰਡਨ 'ਚ ਕੁਛ 10 ਕਿਤਾਬਾਂ ਪਈਆਂ ਇੱਕ ਮੇਰੇ ਏਜੰਟ ਦੇ ਕੋਲ, ਉਹ ਤੁਹਾਨੂੰ ਦੇ ਦੇਗਾ। ਉਹ ਆਟੋਗ੍ਰਾਫ ਤੋਂ ਬਗੈਰ ਹੋਣਗੀਆਂ। ਕੁਛ ਕੈਨੇਡਾ 2-3 ਪਈਆਂ। ਇੱਕ ਬੀਬੀ ਬਲਕਿ ਕਹਿ ਰਹੀ ਸੀ ਉੱਥੋਂ ਵੈਨਕੂਵਰ ਤੋਂ, ਤੇ ਮੈਂ ਉਹ ਡਾਕਟਰ ਨਾਸਰ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਨੂੰ ਭੇਜ ਦੇਣ। ਕਿਤਾਬ ਪੜ੍ਹੋ, ਤੁਸੀਂ ਵੀ ਕਿਤਾਬ ਲਿਖੋ। ਉਹ ਕਿਤਾਬ ਮੈਂ ਆਨਲਾਈਨ ਨਹੀਂ ਪਾਈ। ਮੈਂ ਕਿਤਾਬਾਂ ਦੀ ਬੇਕਦਰੀ ਨਹੀਂ ਚਾਹੁੰਦਾ ਹੁੰਦਾ ਕਿ ਉਹਦੇ 'ਚ ਕੋਈ ਪਕੌੜੇ ਵੇਚਦਾ ਫਿਰੇ ਜਾਂ ਜੀ। ਉਹ ਵੈਸੇ ਮਿਰਜ਼ਾ ਗਾਲਿਬ ਦੇ ਤੇ ਜਨਾਬ ਕੋਈ ਪਕੌੜੇ ਪਕੌੜੇ ਉਹਨੇ ਲੈ, ਰਕਾਸਾ ਨੇ, ਰੰਡੀ ਨੇ, ਤੇ ਉਹ ਜਨਾਬ ਉਹ ਸ਼ਾਇਰੀ ਦੇਖੀ। ਉਹਨੇ ਕਿਹਾ ਮੈਂ ਇਹਨੂੰ ਮਿਲਣਾ, ਉਹ ਗਾਲਿਬ ਨੂੰ ਮਿਲੀ, ਉਹਨੇ ਕਿਹਾ ਕੋਠੇ ਤੇ ਆ। ਉਹ ਮਿਰਜ਼ਾ ਗਾਲਿਬ ਫਿਲਮ ਤੁਸੀਂ ਦੇਖੋ, ਉਹ ਮਿਰਜ਼ੇ ਦੀ ਬੇਗਮ ਉਹਨੂੰ ਜਨਾਬ ਕੱਪੜੇ ਪਵਾਉਂਦੀ, ਗਾਊਨ ਪਵਾਉਂਦੀ, ਲੇਕਿਨ ਉਹ ਜਦੋਂ ਪਵਾ ਰਹੀ ਹੁੰਦੀ ਹੈ ਤੇ ਕਲਾਈਆਂ ਤੇ ਦੇਖਦਾ ਕਿ ਸੋਨਾ ਨਹੀਂ, ਉਹ ਜਨਾਬ ਉਹ ਉਧਾਰ ਪੈਸੇ ਫੜ ਕੇ ਤੇ ਉਹਦੇ ਲਈ ਸੋਨਾ ਲੈ ਆਂਦਾ। ਉਹ ਰੰਡੀ ਵਿਚਾਰੀ ਰਕਾਸਾ ਕੋਠੇ ਵਾਲੀ ਇੰਤਜ਼ਾਰ ਕਰਦੀ ਰਹਿੰਦੀ ਹੈ।
ਤੇ ਕਦੀ ਕਦੀ ਇਹ ਕਿਤਾਬਾਂ ਇਸ ਕੰਮ ਵੀ ਆ ਜਾਂਦੀਆਂ। ਵੈਸੇ ਮੇਰੀ ਕਿਤਾਬ, ਮੇਰੀ ਸ਼ਾਇਰੀ ਜਾਂ ਮੇਰਾ ਸਭ ਕੁਛ ਤੇ ਸਾਦਾ ਆਦਮੀ, ਬਿਲਕੁਲ ਸਾਦੀ ਜ਼ਿੰਦਗੀ, ਕਿਸੇ ਕਲਟ 'ਚ ਮੁਬਤਲਾ ਨਹੀਂ, ਕਿਸੇ ਇਨਫਲੂਐਂਸ 'ਚ ਮੁਬਤਲਾ ਨਹੀਂ, ਕਿਸੇ ਦੇ ਵੀ। ਔਰ ਸਿੰਪਲੀ ਮਾਦਾ ਪ੍ਰਸਤਾਂ ਦੇ ਖਿਲਾਫ ਹੈ, ਸਿੰਪਲੀ ਫਰਾਡੀਆਂ ਦੇ, ਹਰਾਮਜ਼ਾਦਿਆਂ ਦੇ, ਕੰਜਰਾਂ ਦੇ, ਇਸਤਹਿਸਾਲ ਕਰਨ ਵਾਲਿਆਂ ਦੇ ਖਿਲਾਫ ਹੈ। ਓਕੇ, ਜਿਹੜਾ ਇਸਤਹਿਸਾਲ ਕਰਦੇ ਆ ਉਹਨਾਂ ਦੇ ਮੈਂ ਖਿਲਾਫ। ਠੀਕ ਹੈ ਜੀ। ਇਹ ਜਿਹੜੇ ਆਪਣੇ ਦੇਖੋ ਇਹ ਮੁਲਾਜ਼ਮਾਂ ਰੱਖੀਆਂ, ਉਹਨਾਂ ਨੂੰ ਤਨਖਾਹ ਨਹੀਂ ਦੇਣੀ ਪੂਰੀ। ਇਹਨਾਂ ਔਰਤਾਂ ਦੇ ਤੁਸੀਂ ਦੇਖੋ ਕੰਮ, ਉਹ ਇੱਕੋ ਡਾਕਟਰ ਨਜਮ ਹੈ, ਉਨੀ ਕਮਾਈ ਕਰਦਾ ਹਰਾਮਜ਼ਾਦਾ। ਇੱਕ ਸਾਡਾ ਗਰੀਬ ਆਦਮੀ ਹੈ ਦੋਸਤ, ਉਹ ਤੋਂ ਕੰਮ ਵੀ ਲੈਂਦਾ ਰਹਿੰਦਾ, ਉਹ ਵਿਚਾਰੇ ਨੂੰ ਸਿਰਫ 30-40 ਹਜ਼ਾਰ ਰੁਪਇਆ ਚਾਹੀਦਾ। ਮੈਂ ਉਹਨੂੰ ਕਿਹਾ ਯਾਰ ਉਹਨੇ ਦਿੱਤਾ ਨਹੀਂ, ਕਹਿੰਦਾ ਨਹੀਂ ਸਰ ਮੈਂ ਦੱਸਿਆ ਸੀ ਕਿ ਮੇਰੇ ਹਾਲਾਤ ਮੁਸ਼ਕਲ ਨੇ। ਲਾਨਤ ਹੈ ਡਾਕਟਰ ਨਜਮ ਤੇਰੇ 'ਚ, ਲਾਨਤ ਹੈ ਤੇਰੇ ਮਾਂ ਬਾਪ ਤੇ, ਇੰਦਾ ਦਾ ਕੁੱਤਾ ਵਾਹਿਆਤ ਹਰਾਮ ਜ਼ਿਆਦਾ ਜੰਮਣ ਤੇ। ਡਾਕਟਰ ਨਜਮੁਦੀਨ ਰੇਡੀਓਲੋਜੀ ਵਾਲਾ ਜਾਲੀ ਡਾਕਟਰ ਹੈ, ਇਹਨੂੰ ਕੋਈ ਨਾ ਦੇਖਿਆ ਕਰ। ਠੀਕ ਹੈ ਨਾ ਜੀ। ਪਾਕਿਸਤਾਨ 'ਚ ਇੱਥੇ ਬੇਟੇ ਨੇ ਹਿੰਦੂ ਦੇ ਨਾਲ ਵਿਆਹ ਕਰਾ ਲਿਆ, ਪੈਸਾ ਪੈਸਾ ਪੈਸਾ। ਉਹ ਨਿਕਲੋ ਪੈਸਾ। ਡਾਕਟਰ ਹੁਣ ਡਾਕਟਰ ਸ਼ਾਹਿਦ ਨਸਰ ਵਰਗੇ, ਜਨਾਬ ਸਾਹਿਬ ਡਾਕਟਰ ਜਵਾਦ ਉਹ ਜਿਹੜੇ ਸੇਂਟ ਲੂਇਸ ਤੋਂ ਮੈਨੂੰ ਰਾਬਤਾ ਕੀਤਾ ਹੈ, ਜਨਾਬ ਸਾਹਿਬ ਉਹਨਾਂ ਵਰਗੇ ਡਾਕਟਰ ਹੋਣ। ਉਹ ਸਾਡੀ ਉਹ ਜਿਹੜੀ ਉਹ ਡਾਕਟਰ ਹੈ ਵਿਚਾਰੀ ਉਹ ਬ੍ਰਿਸਬੇਨ 'ਚ, ਉਹਦੇ ਵਰਗੇ ਸਾਜਦਾ ਅਮੀਨ ਵਰਗੇ ਡਾਕਟਰ ਹੋਣ। ਪੈਸਾ ਪੈਸਾ ਪੈਸਾ। ਉਹ ਡਾਕਟਰ ਅਸ਼ਰਫ ਚੌਹਾਨ ਚੰਗੜ, ਉਹ ਗੁਜਰਾਂਵਾਲੇ ਤੋਂ ਇੱਕ ਮੈਨੂੰ ਬੰਦੇ ਨੇ ਦੱਸਿਆ ਕਿ ਸਰ ਇਹ ਚੰਗੜ ਹੈ ਗੁਜਰਾਂਵਾਲੇ ਦਾ, ਤੇ ਚੌਹਾਨ ਇਹਨੇ ਗਲਤੀ ਲਿਖ ਦਿੱਤਾ। ਉਹ ਮੈਂ ਕਿਹਾ ਹੁਣ ਅਸੀਂ ਚੌਹਾਨ ਕਿੱਥੇ ਇਹਦੇ ਖਿਲਾਫ ਕੇਸ ਕਰਦੇ ਫਿਰੀਏ। ਇਹ ਕੰਜਰ ਨੇ ਸਾਰੇ ਆਰਾਮਜ਼ਾਦੇ ਇਕੱਠੇ ਹੋਏ, ਕੁਝ ਦਿਨ ਤੋਂ ਕੁਝ ਪੈਗਾਮਾਤ ਇਕੱਠੇ ਹੋਏ ਸੀ, ਮੈਂ ਉਹ ਟੇਬਲੇਟ ਤੋਂ ਨਹੀਂ ਦੇਖ ਸਕਿਆ ਸੀ, ਤੇ ਮੈਂ ਤੁਹਾਨੂੰ ਉਹ ਦੇਖ ਕੇ ਦੱਸ ਰਿਹਾ। ਉਹ ਫੀल्ड मार्शल ਦੇ ਨਾਂ ਤੇ तारीफ वो जो दुश्मन करे खुद सुने और आगे तक पहुंचाए, कैसे फील्ड मार्शल सैयद हाफिज आसिम मुनीर का डंका पूरी दुनिया में बज रहा है। ਉਹ ਮੇਰਾ ਜਿਹੜਾ ਵੀਲੌਗ ਹੈ, ਔਰ ਉਹਦੇ ਤੇ ਜਨਾਬ ਕੱਲ ਹੀ ਕੋਈ ਬਹੁਤ ਸਾਰੇ ਵਿਊਜ਼ ਇਹਦੇ ਤੇ ਆ ਚੁੱਕੇ ਹੋਏ ਸੀ। ਇਹ ਵਾਲਾ ਇਹ ਹੀ ਮੇਰਾ ਉਹ ਟਵਿੱਟਰ ਤੇ ਜਨਾਬ ਸਾਹਿਬ ਹੋਏਗਾ। ਮੈਂ ਕੱਲ ਦੇਖ ਰਿਹਾ ਸੀ, ਇਟ ਵਾਜ਼ ਪ੍ਰੀਟੀ ਇੰਟਰਸਟਿੰਗ। ਔਰ ਬਲਕਿ ਉਹਨੇ ਬੜਾ ਜ਼ਬਰਦਸਤ ਲਿਖਿਆ ਸੀ ਜਨਾਬ ਸਾਹਿਬ ਗਰੋਕ ਨੇ ਉਹਦੇ ਤੇ The ex post by Roxanne 900, a field marshal is at Roxanne 900, humorously suggests that Grok, an AI developed by XAI, is on holiday and has temporarily replaced by Nazar Chauhan, a Pakistani politician known for his viral profanity-laden rant against the Pakistan Army Chief General Syed Asim Munir Shah. This comparison is likely due to the perceived intensity and directness of Chauhan's language, which contrasts with Grok's typically measured and informative responses. The video linked in the post titled Tribute to Pakistan Army Chief by Nazar Chauhan features Chauhan delivering a series of insults and threats in Punjabi, targeting the army chief and his family. This rant, which has garnered significant attention, reflects deep-seated frustration within certain segments of Pakistani society towards military influence in politics, a recurring theme in Pakistan's history, where military leaders have often held substantial power. The context of this post is enriched by recent political tension in Pakistan, including speculation about the army chief potentially becoming all powerful and vying for the president. अंग्रेजी दी ਤੁਹਾਨੂੰ ਥੋੜੀ ਬਹੁਤ ਸਮਝ ਆਈ ਹੋਣੀ ਹੈ। ਇਹ ਗਰੋਕ ਮਸਨੂਈ ਜ਼ਹਾਨਤ ਦਾ ਹੈ ਐਪ ਐਕਸ ਦਾ। ਕੱਲ ਵੈਸੇ ਉਹਨੇ ਕਿਹਾ ਕਿ ਗਰੋਕ ਹੁਣ ਆ ਗਿਆ ਆ, ਔਰ ਬੜਾ ਅਪਗ੍ਰੇਡਡ ਗਰੋਕ ਮੈਂ ਐਲਨ ਮਸਕ ਨੇ ਕਿਹਾ ਫਲੋਟ ਕਰ ਦਿੱਤਾ ਆ, ਅਪਗ੍ਰੇਡ ਕਰਕੇ ਗਰੋਕ 4 ਜਾਂ ਕੀ ਉਹਨੂੰ ਦਿੱਤਾ ਉਹਨੇ ਨਾਂ। ਤੇ ਗਰੋਕ ਨੂੰ ਕਿਸੇ ਨੇ ਪੁੱਛਿਆ ਕਿ ਜਨਾਬ ਇਹ ਐਟ ਰੌਕਸਨ 900 ਜਿਹੜੀ ਆਈ ਹੈ, ਉਹਨੇ ਪੋਸਟ ਪਾਈ ਹੈ, ਕੀ ਇਹਦਾ ਹੈ? ਤੇ ਉਹਨਾਂ ਨੇ ਦੱਸਿਆ ਕਿ ਇਹ ਨਜ਼ਰ ਚੌਹਾਨ ਇੱਕ ਪਾਕਿਸਤਾਨ ਦੀ ਫਰਸਟ੍ਰੇਸ਼ਨ ਨੂੰ ਕਰ ਰਿਹਾ ਰਿਫਲੈਕਟ,
ਜਿਹੜੀ ਕਿ ਮਿਲਟਰੀ ਕੰਜ਼ੈਕਟਿਵ ਮਿਲਟਰੀ ਰੂਲ 77 ਸਾਲ ਦਾ ਰਿਫਲੈਕਟ ਕਰ ਰਹੀ ਹੈ। ਔਰ ਮਨੀਰਾ ਮਿਸਤਰੀ ਸੂਰ ਨੇ ਜਿਹੜੀਆਂ ਸਾਰੀਆਂ ਪਾਵਰਾਂ ਆਪਣੇ ਹੱਥ 'ਚ ਲਈਆਂ ਹੋਈਆਂ। ਕਿਆ ਜ਼ਬਰਦਸਤ ਹੈ। ਮੈਂ ਤੁਹਾਨੂੰ ਦੱਸਿਆ ਸੀ ਮਸਨੂਈ ਜ਼ਹਾਨਤ ਨਜ਼ਰ ਚੌਹਾਨ ਨੂੰ ਪਾਪੂਲਰ ਕਰੇਗੀ। ਮਸਨੂਈ ਜ਼ਹਾਨਤ ਜਿਹੜੀ ਹੈ ਉਹ ਇਹਨਾਂ ਦਾ ਕਿਲਾ ਕਮਾ ਕਰੇਗੀ। ਲੱਗ ਗਏ ਨਾ ਜਲਾਬ ਅਰਦਗਨ ਨੂੰ ਔਰ ਇਹਨਾਂ ਪੋਲੈਂਡ ਦੇ ਬੰਦੇ ਨੂੰ ਔਰ ਇਹਨਾਂ ਸਾਰੇ ਚੋਰਾਂ ਨੂੰ। ਠੀਕ ਹੈ ਨਾ ਜੀ। ਅੱਛਾ ਜੀ। ਫਿਰ ਉਹ ਤੋਂ ਬਾਅਦ ਤੋਂ ਜੀ ਅਸੀਂ ਮੈਂ ਕਮੈਂਟ ਦੇਖ ਰਿਹਾ ਸੀ। अस्सलाम वालेकुम चौहान साहब, इफ्तिखार हुसैन चट्ठा पाकिस्तान तो है मेरा ख्याल। अस्सलाम वालेकुम चौहान साहब, अल्लाह आपको महफूज रखे, लंबी जिंदगी दे, आमीन। क्या पाकिस्तान के सारे उल्मा मर गए हैं? जी मर गए हैं जी। उल्मा क्यों नहीं हक की बात करते? क्यों करन? दे आर ऑल पेड मौलवीज। क्यों नहीं चोरों के सहूलतकारों को और चोरों को बुरा कहते? वो खुद चोर ने। ठीक है जी। क्यों नहीं जहन्नमियों के रास्ते में खड़े होते? उन्होंने पता है जन्नत जहन्नम कोई नहीं है जनाब साहब। क्यों नहीं नबी पाक सल्लल्लाहु अलैहि वसल्लम के बताए हुए रास्ते पर अमल करते? उन्होंने पता है कि सारा मसनूई जिहा काम है, असी ते दुकानदारी करी दी है, दिलों थोड़ी असी उन्होंने मानते हैं। क्यों नहीं जहन्नमियों के आगे देवा? अच्छा, क्या ऐसे नाम नेहाद मुल्लाओं के पीछे नमाज जायज़ है? बिल्कुल नहीं जायज़ है। नज़र चौहान ते मस्जिद नहीं हुन जांदा है। ਉਹਨੇ ਤੇ ਹੁਣ ਮੇਅਰ ਪਾਕ ਫੋਰਸ ਦਾ ਮੇਅਰ ਨਿੱਕਰ ਪਾ ਕੇ ਆ ਗਿਆ ਸੀ, ਉਹਦੀ ਮਾਂ ਭੈਣ ਨੇ ਕੀਤੀ, ਸਾਰੇ ਨਮਾਜ਼ੀ ਮੇਰੇ ਖਿਲਾਫ ਹੋ ਗਏ। ਚਲੋ ਦੌੜੋ ਭੈਣ ਚੋਦੋ। ਉਹ ਦਿਨ ਅੱਜ ਦਾ ਦਿਨ ਪਿਛਲੀ ਬਕਰਾ ਈਦ ਤੇ ਮੈਂ ਕਦੀ ਮਸਜਿਦ ਗਿਆ ਹੀ ਨਹੀਂ। ਈਦ ਸ਼ਬਰਾਤ ਤੇ ਜਾਈਦਾ ਸੀ ਮਸਜਿਦ। ਬਿਲਕੁਲ ਜਾਇਜ਼ ਨਹੀਂ ਹੈ ਨਮਾਜ਼ ਤੇ। ਵੈਸੇ ਹੀ ਤੁਸੀਂ ਆਪ ਮੈਡੀਟੇਸ਼ਨ ਹੈ, ਸ਼ੁਕਰਗੁਜ਼ਾਰੀ ਹੈ, ਪੜ੍ਹ ਲਿਆ ਕਰੋ। ਔਰ ਵੈਸੇ ਹੀ ਸ਼ਾਇਦ ਨਸਰ ਨੇ ਕਿਹਾ ਹੈ ਮਸਜਿਦਾਂ ਬੰਦ ਕਰੋ। ਮੈਂ ਵੀ ਟਰੰਪ ਨੂੰ ਬੜੀ ਵਾਰੀ ਲਿਖਿਆ ਕਿ ਯਾਰ ਤੂੰ ਬੜਾ ਨੇਕ ਕੰਮ ਕਰੇਗਾ ਅਗਰ ਮਸਜਿਦਾਂ ਬੰਦ ਕਰ ਦੇਗਾ ਇਸ ਯੂਨਾਈਟਿਡ ਸਟੇਟਸ। ਇਹ ਮਸਲੇ ਲੈ ਆਓ 4-4 ਬਲਾਕ ਤੇ। ਇਹ ਮਸਜਿਦਾਂ ਉਨਾ ਹੀ ਫਤੂਰ, ਫਿਤਨਾ, ਫਸਾਦ, ਕੁੱਤਪਨਾ, ਫਰਾਡ, ਹਰਾਮਜ਼ਦਗੀਆਂ ਕਰ ਰਹੀਆਂ ਜਿੰਨੀਆਂ ਪਾਕਿस्तान 'ਚ ਮਸਜਿਦਾਂ ਨੇ ਕਰ। ठीक है जी। फिर चौहान साहब ऐसे मरे हुए मुल्ला को झंझोड़ा करें और उनके लिए ज़रूर बात किया करें ताकि उनको गैरत आए। लो मैं और की करा, मैं तो खत लिख दिता है ट्रंप ਨੂੰ। ਅੱਜ ਫਿਰ ਲਿਖ ਦਿਆਂਗਾ ਕਿ ਟਰੰਪ ਸਾਹਿਬ ਪਾਕਿਸਤਾਨ ਤੋਂ ਬੜੀ ਫਰਮਾਇਸ਼ ਹੈ ਕਿ ਮਸਜਿਦਾਂ ਬੰਦ ਕਰ ਦਿਓ ਯਾਰ, ਸਾਡੀ ਜਾਨ ਛੁੱਟੇ। ਇਹ ਸਾਰੇ ਟਰਸਟ ਬਣਾ ਦਿਓ, ਇੱਥੇ ਇਹ ਸਾਰੇ ਯਤੀਮਖਾਨੇ ਬਣਾ ਦਿਓ। $1 ਮਿਲੀਅਨ ਛੋਟੀ ਜਿਹੀ ਗੁੱਟ ਜਿੰਨੀ ਮਸਜਿਦ ਫੋਰਡ ਉਹਨਾਂ ਨੇ ਇਕੱਠਾ ਕਰ ਲਿਆ। या अल्लाह जो पाकिस्तान ज़रूर बात किया करें ताकि इनको कुछ गैरत आए। गैरत गुरत इन्होंने नहीं आनी। वो पैदाइशी दल्ले ने, ये पैदाइशी कंजर ने, हरामी ने, तारिक जमील वगैरह। या अल्लाह जो पाकिस्तान को 70 साल से तबाह कर रहे हैं, या अल्लाह इनको तबाह कर दे। दुआवां नाल नहीं तबाह होंगे, ढूआ मारन नाल तबाह होंगे। जिस तरह नज़र चौहान इन्हां दा, मौलवियां दा और इन्हां सब दा ढूआ मार रहा। एक बंदे शायद हैदर ने लिखे है चाचा चैंपियन जिंदाबाद है। फिर एक ने कहा वाह चांद साहब बड़ी खूबसूरत गल की। तुसी पैसे और ताकत तो मजा आ गया। ना फेम ना पैसा ना ताकत, लानत भेज दे मैं। थोड़ो don't want to be famous, don't want to have money, don't want to have power. Each one of us is powerful, each one of us is रुस्तम। ठीक है जी। अच्छा, फिर वो तो बात तो जी एक और कमेंट है जनाब तोकीर मियाँ चन्नू वाला। ठीक है जी। चौहान साहब आपकी जरूरत को सलाम। नहीं नहीं यार, जरूरत कोई नहीं, ये आम है, कॉमन जैसे अनाज का ना राजा। लंदन में जो भी प्रोटेस्ट होते रहे हैं, जो गुज़श्ता 30 सालों ज़्यादा को अटेंड करता रहा, लेकिन यहाँ पाकिस्तानियों की बड़ी तादाद रह रहे हैं जिन्होंने ज़िंदगी में कभी किसी एहतजाज में नहीं हिस्सा लिया होगा। ज़्यादातर लोग अपनी ज़ात से आगे सोचने की अहलियत ही नहीं रखते। आज आपकी मुनीर मिस्त्री को गालियों का मज़ा ही आ गया। अल्लाह आपको सेहत वाली ज़िंदगी अता करे, आमीन। तौकीर मियाँ साहब तुसी भी अपने तई गालियां देनी शुरू कर दो। इन्होंने प्रोटेस्ट नहीं कर सकते, जो कुछ कर सकते हो करो। ठीक है जी। मियाँ ओदे असे मुनीरे मिस्त्री सूअर दे पुतले जलाने शुरू कर दियो, अपने घर दे सामने पुतले जलाने शुरू कर दियो। 10,000 बंदा अपने घर दे सामने ओदा पुतला जलाएगा, 10,000 ਨੂੰ ਅੰਦਰ ਨਹੀਂ ਦੇ ਸਕੇਗਾ। ਤੁਹਾਨੂੰ ਬੜੇ ਮੈਂ ਤਰੀਕੇ ਦੱਸ ਸਕਦਾ, ਤੁਸੀਂ ਚਾਹੁੰਦੇ ਨਹੀਂ, ਯੂ ਡੋਂਟ ਵਾਂਟ ਟੂ ਪੁੱਟ ਥਿੰਗਸ ਰਾਈਟ। ਤੁਹਾਨੂੰ ਪੋਸਟੈਰਿਟੀ ਦਾ ਮਤਲਬ ਹੀ ਨਹੀਂ ਆਉਂਦਾ, ਕਿਸੇ ਨੇ ਦੱਸਿਆ ਹੀ ਨਹੀਂ। फिर एक कमेंट सी ठीक आप चला, लेकिन पहले अच्छा हाँ वो एक गड्डी ते सी कि जी पाकिस्तान दे हालात ये है कि एक बंदे ने और ट्रक वाले ने कहा
ਉੱਥੋਂ ਰੈਸਟੋਰੈਂਟ ਤੋਂ ਨਿਕਲੇ, ਉਹਨੇ ਕਿਹਾ ਚੱਲ ਹੁਣ ਕਲੀਨਰ ਨੂੰ ਤੂੰ ਕਲੀਨਰ ਨੇ ਕਿਹਾ ਮੈਂ ਗੱਡੀ 'ਚ ਟਰੱਕ ਚਲਾਉਣੇਗਾ ਚਲਾ ਲੈਣਾ। ਉਹਨੇ ਕਿਹਾ ਅੱਛਾ ਯਾਰ ਤੂੰ ਆਪਣਾ ਨਾ ਹੁਣ ਇਸ ਤਰ੍ਹਾਂ ਕਰਕੇ ਮੈਂ ਸੌਣ ਲੱਗਾ ਪਿੱਛੇ ਤੇ ਤੂੰ ਟਰੱਕ, ਉਹਨੇ ਕਿਹਾ ਟਾਇਰ ਵੀ ਜਨਾਬ ਬਦਲਣੇ ਵਾਲਾ, ਉਹਨੇ ਕਿਹਾ ਚੱਲ ਟਾਇਰ ਵੀ ਪਿੱਛੇ ਉਹ ਪਈ ਹੈ ਸਟਪਨੀ ਜੈਕ ਜੁਕ ਤੂੰ ਬਦਲ ਲਈ। ਕੋਈ 2-3 ਘੰਟੇ ਬਾਅਦ ਉਹਦੀ ਅੱਖ ਖੁੱਲੀ ਤੇ ਉਹਨੇ ਦੇਖਿਆ ਕਿ ਉਹ ਟਰੱਕ ਤੇ ਨਹੀਂ ਚੱਲ ਰਿਹਾ। ਉੱਥੇ ਉਹਨੂੰ ਪੁੱਛਿਆ, ਉਹ ਡਰਾਈਵਰੀ ਸੀਟ ਤੇ ਬੈਠਾ, ਉਹ ਕਹਿੰਦਾ ਜੀ ਮੈਂ ਚਲਾ ਰਿਹਾ, ਉਹਨੇ ਐਕਸਲਰੇਟਰ ਤੇ ਪੈਰ ਰੱਖਿਆ। ਠੀਕ ਹੈ ਜੀ। ਉਹ ਹੋਟਲ ਵਾਲੇ ਨੂੰ ਪੁੱਛਿਆ, ਉਹ ਕਹਿੰਦਾ ਜੀ नहीं ये तो क्लीनर साहब सिर्फ ड्राइविंग सीट पे ही बैठे ने। तो आप, उन्हें क्या जी तो ये टायर तब्दील किया? शहजादा बोला सर मैं तो आपके इंतजार में था। ठीक है जी। ड्राइवर मुस्कुराते हुए बोला सफर हुआ ना हुआ, चलो आपके एक्सलेटर दबाने का शौक तो पूरा हुआ। अच्छा जी। ये हालात हमारे मुल्क पाकिस्तान का है। मुल्क को जैक लगा हुआ है और शरीफ खानदान ने एक्सलेटर पर पाँव जमा कर रखा हुआ है। शोर बहुत है, होटल वाले की तरह आवाम परेशान है, लेकिन चल नहीं रहा। और जिस ड्राइवर ने गाड़ी हवाले की है यानी जनरल, उसने 2 सिगरेट नोशे हैं और सोया हुआ है। जैसे ही आंख खोलता है एक आवाज देता है, चलो मुल्क चले ना चले अपना शौक पूरा कर लो। अगर पोस्ट अच्छी लगे, आपको लगे ये कहानी ऐसे ही है, तो पोस्ट पर अपना तजिया लाजिम करें। शुक्रिया। मीर पाकिस्तान तहरीक इंसाफ। और यार ठीक है, पोस्ट मैनू बहुत पसंद आई है। मैं बल्कि कोशिश करांगा हैडिंग ही ਇਹਦੀ ਦੇ ਦਿਆਂ ਕਿ ਜੀ ਉਹ ਪਹੀਆ ਉੱਤੇ ਕਰਕੇ ਜਿਹੜਾ ਹੈ ਨਾ ਉਹ ਜੈਕ ਲਾ ਕੇ ਤੇ ਐਕਸਲਰੇਟਰ ਤੇ ਨਵਾਜ਼ ਗਾਂਡੇ ਨੂੰ ਬਿਠਾਇਆ ਹੋਇਆ। ਠੀਕ ਹੈ ਜੀ। ਸ਼ੁਕਰੀਆ ਤੁਹਾਡਾ ਬਹੁਤ ਬਹੁਤ ਇੱਕ ਟਾਈਟਲ ਦੇਣ ਦਾ। अच्छा वो तो बात तो जी कोई इफ्तिखार है। मैं नजूमी मलिक महबूब की पेशन गोइयों पर कभी नहीं हंसी आई, जो हालात आदरा के सादा नताइज और पाकिस्तान का मताले को बहुत पेचीदा बना देते हैं। हम सब और इमरान खान भी जानते हैं कि 40 या 50 साल बाद फौजी जर्नैल ऐसा माहौल पैदा करते हैं, वो अवाम से दूर होकर खामोश मार्शल लगा देते हैं। जब ऐसी सूरत हाल पैदा होती है तो हिंदुस्तान और बैन अवी खिलाड़ी इस सूरत हाल का फ़ायदा उठाते हैं। 71 में हमने बांग्लादेश यानी मशरकी पाकिस्तान को खो दिया था। 79 में जनरल ज़िया ने भारत के आंकों सियाचिन के स्ट्रेटेजिक मकामात को खो दिया। 99 में हमने कारगिल को दोबारा हासिल किया था, लेकिन जनरल मुशर्रफ अमरीकी दबाव में वापस कर दिया। अब मौजूदा हालात भी वही सूरत हाल बताते हैं, कुछ मुख्तलिफ पहले से नहीं होगा। ये फौजी जर्नैल हवाओं के घोड़े पर सवार होकर आते हैं, लेकिन बहुत जल्द बेनकाब हो जाते हैं और हाथ उठाकर मुल्क को मुश्किल हालात में धकेल कर अपनी बैरकों में भाग जाते हैं। लेकिन इस बार नून लीग को भुट्टो की तरह इन तमाम बुराइयों का जिम्मेदार ठहराया जाएगा। जरदारी भी अपनी पार्टी को फौजी गंदी सियासत से निकाल लेगा। नवाज और उनका खानदान फौज की पैदा करदा गंदगी में फंस जाएगा। देखो जी ਤੁਹਾਡਾ ਕਮੈਂਟ ਤੇ ਮੈਂ ਸੁਣਾਤਾ, ਲੇਕਿਨ ਉਹਦੇ ਚ ਇੱਕ ਬੁਨਿਆਦੀ ਗਲਤੀ ਇਹ ਹੈ, ਗਾੜਾ ਵੇਸਟਕੋਟ ਪਾ ਕੇ ਉਹ ਕਲਿੰਟਨ ਨੇ ਆਪਣੀ ਕਿਤਾਬ ਤੇ ਆਟੋਬਾਇਓਗ੍ਰਾਫੀ ਦੇ ਲਿਖਿਆ ਹੈ, ਦੱਲਾ ਜਿਹਾ ਗਰਮੀ 'ਚ ਵੇਸਟਕੋਟ ਪਾ ਕੇ ਜੁਲਾਈ 4 ਮੇਰੇ ਕੈਂਪ ਆਫਿਸ ਮੈਨੂੰ ਮਿਲਣ ਆ ਗਿਆ, ਦੱਲਾ ਉਹ ਰਿਜ਼ੋਰਟ ਤੇ ਜਿੱਥੇ ਉਹ ਛੁੱਟੀ ਮਨਾ ਰਿਹਾ ਸੀ। ਤੇ ਉਹ ਇਹ ਗਾਂਡੇ ਨੇ ਕਰਵਾਇਆ, ਮੁਸ਼ਰਫ ਨੇ ਨਹੀਂ ਕਰਵਾਇਆ। ਇਹਦੇ 'ਚ ਵੈਸੇ ਮੁਸ਼ਰਫ ਦਾ ਹੱਥ ਨਹੀਂ ਹੈ, ਲੇਕਿਨ ਬਾਕੀ ਤੁਸੀਂ ਗੱਲ ਫੌਜ ਦੀ ਠੀਕ ਦੱਸੀ ਹੈ। फौज मादर चौथ सूअर है तो जान छुड़ाओ, बस मुक्की गल ये है। बाबा जी चाचा चैंपियन तुहानू मुक्की गल दस रहा। कुरबान अली खान साहब की पोस्ट है, बच्चे माँ बाप को छोड़कर दूसरे मुल्क जा रहे हैं, शोहर बीवी को छोड़कर दूसरे शहर जा रही है, बीवी रोजगार के लिए शोहर से दूर जा रही है, भाई भाई से जुदा हो रहा है। क्यों कमाना चाहते हैं हम वो दौलत जो हमें उनसे दूर कर दे, जिनके साथ जीने में हमारी खुशी है। ये तरक्की रिश्ते तोड़ चुकी है, खानदान बिखर चुके हैं, आखिर में बचता क्या है? बस थोड़ी सी आज़ादी, कुछ बीमे की रकम, एक प्लाट या बैंक में थोड़ी सी जमा पूंजी, और खोया क्या? वो लोग जिनके साथ जीना था। सबसे बड़ी महरूमी ये कि बीमारी में कोई अपनों का सहारा नहीं होता और मौत पर अपनों का कंधा भी नसीब नहीं होता। इसलिए कमाओ ज़रूर, मगर जियो उनके साथ जिनके साथ जीना है। ये उन्होंने कहीं से कॉपी उन्होंने किया, लेकिन बहुत अच्छा मैसेज है। वालदैन ਨੂੰ ਛੱਡ ਦਿੱਤਾ ਅੱਜ ਕੱਲ੍ਹ ਬੱਚਿਆਂ ਨੇ। ਜਿਸ ਤਰ੍ਹਾਂ ਉਹ ਮੈਂ ਇੱਕ ਬੀਬੀ ਵਿਚਾਰੀ ਦਾ ਸ਼ਿਕਾਗੋ ਤੋਂ ਦੱਸਿਆ, ਵਿਚਾਰੀ ਨਾਲ ਉਹ ਬੇਟਾ ਤੇ ਉਹਦੀ ਨੂੰਹ ਜ਼ੁਲਮ ਕਰਦੇ ਨੇ, ਔਰ ਉਹ ਵਿਚਾਰੀ ਲੰਦਨ ਹੁਣ ਆਪਣੀ बेटी दे कोल गई है। बड़ा जुल्म है वैसे, और बीमारी की हालत है। ओ चौहान साहब आपको सलाम है। ये नगमा एक्चुअली आप जैसे लोगों के लिए बना था। एक VRXY ने कमेंट किया, ये पुत्र हटां ते नहीं विकदे,
ਕੀ ਲੱਭਣੀ ਹੈ ਵਿੱਚ ਬਾਜ਼ਾਰ ਕੁੜੀਏ, ਇਹ ਦਿਨ ਵੇ ਮੇਰੇ ਦਾਤਾ ਦੇ, ਇਹ ਦਿਨ ਵੇ ਮੇਰੇ ਦਾਤਾ ਦੇ, ਨਾ ਆਵੀਂ ਟੁਕੜਾ ਮਾਰ ਕੁੜੇ, ਇਹ ਪੁੱਤਰ ਹਟਾਂ ਤੇ ਨਹੀਂ ਵਕਤੇ, ਪੁੱਤਰ ਵਿਕਾਊ ਚੀਜ਼ ਨਹੀਂ, ਇਹ ਪੁੱਤਰ ਵਿਕਾਊ ਚੀਜ਼ ਨਹੀਂ, ਮੁੱਲ ਦੀ ਕੀ ਚੱਲੀ ਪਈ ਨੇ, ਇਹ ਐਡਾ ਸਸਤਾ ਮਾਲ ਨਹੀਂ, ਇਹ ਐਡਾ ਸਸਤਾ ਮੁੱਲ ਦੀ ਕੀ ਝੋਲੀ ਪਾਈ ਨੇ, ਐਡਾ ਸਸਤਾ ਮਾਲ ਨਹੀਂ, ਕਿਤੋਂ ਜਾ ਕੇ ਮੰਗ ਲਈਏ ਨਹੀਂ, ਇਹ ਸੌਦਾ ਨਕਦ ਵੀ ਨਹੀਂ ਮਿਲਦਾ, ਤੂੰ ਲੱਭਦੀ ਫਿਰਾਂ उधर कुड़िए, पुत्र हटां ते नहीं बिकते। बहुत अच्छा सॉन्ग था मेरे लिए, वैसे मेरे लिए थोड़ा जिहा पूरा उतरदा, क्योंकि मैं ते बिकी नहीं। द ओनली मैन यू कैनॉट परचेस, वन पर्सन 7 साल ਦਾ ਸੀ, फर्स्ट ट्रूथ अगेंस्ट माई मामा, and that day and today I continued it. Whoever spoke falsehood, I stood against that. ਇਸ ਲਈ ਗੱਲ ਤੇ ਠੀਕ ਹੈ, ਮੇਰੇ ਵਰਗੇ ਬੰਦੇ ਜ਼ਰਾ ਘੱਟ ਹੀ ਨਜ਼ਰ ਆਉਂਦੇ ਨੇ। ਤਾਰੀਫ ਨਹੀਂ, ਵੈਸੇ ਹੀ ਤੁਸੀਂ ਵੀ ਹੋ ਸਕਦੇ ਹੋ। ਤੁਹਾਨੂੰ ਮੈਂ ਕਿਹਾ ਅਸ਼ਰਫੁਲ ਮਖਲੂਕਾਤ ਹੋ, ਹਰ ਕੋਈ ਹੋ ਸਕਦਾ। ਉਹ 3 ਚੀਜ਼ਾਂ ਲੈ ਆਓ, ਆਪਣੀ ਯੂਨੀਕਨੈਸ ਨੂੰ ਉਭਾਰੋ। ਇਹ ਨਾ ਸਮਝੋ ਤੁਸੀਂ ਕਿਸੇ ਮੁਕਾਬਲੇ 'ਚ ਹੈ ਔਰ ਡਿਪੈਂਡੈਂਟ ਆ ਕਿਸੇ ਦੇ ਕਰੋ। फिर एक और है, फौज 2,500 अरब का बजट खाती है, ये रकम हम कर्ज लेकर और पिछले कर्ज पर सूद अदा करके फौज को देते हैं। 500 अरब की पेंशन इसके अलावा देते हैं, पेंशन को सिविलियन के बजट से देते हैं। ये औसतन 45 साल की उम्र में रिटायर होते हैं और 79-80 साल के मरते हैं। फिर बेवान को पेंशनर का हिसाब लगाएं तो ये 3,500 अरब का बजट गरीब आवाम पेट्रोल, महंगाई और बिजली पर टैक्स की सूरत में अदा करती है। गरीब मुफलस मकरूज कौम के लिए सांस लेना मुश्किल हो रहा है और फौज अमीर तरीन हो रही है। फौज जब 3,000 बजट अब बढ़ाती है तो फिर जब यही फौजी सऊदीया में ड्यूटी देते हैं तो वो पैसा भी फौज ले लेती है। वो सैकड़ों अरब भी फौज खा जाती है। दुनिया भर की अफवाज जब दूसरे ममालिक में ड्यूटी करती है तो तनख्वाह लेती है, मगर इस मुल्क से कॉन्ट्रैक्ट की रकम वापस अपनी हुकूमत को देती है। मगर पाकिस्तान के तनख्वाहदार फौजी जाकर जो कमाते हैं वो सब कुछ फौज के खाते में चला जाता है। फौज ते गंद दा ढेर है, फौज ही बुराइयां दी जड़ है। फौज ते पाकिस्तान कट्ठे नहीं चल सकते। इस फौज तो जान चढ़ाओ। ये 7 लाख मादर चोद सूअर ने। नजर चौहान पहले कह रहा चाचा चैंपियन ਤੁਹਾਨੂੰ, ਤੁਸੀਂ ਮੰਨੋ ਨਾ ਮੰਨੋ, ਠੀਕ ਹੈ ਨਾ ਜੀ। अच्छा, वो तो बात तो जनाब साहब ਇਹ ਸੀ ਸਾਰੀਆਂ ਖਬਰਾਂ ਤੁਹਾਨੂੰ, ਔਰ ਇਹਦੇ ਨਾਲ ਹੀ ਮੈਂ ਕੱਲ ਤੱਕ ਲਈ ਤੁਹਾਤੋਂ ਚਾਹਾਂਗਾ ਇਜਾਜ਼ਤ। ਜ਼ਿੰਦਗੀ ਬਹੁਤ ਸਾਦਾ ਆ। ਇਨਸਾਨ ਦਾ ਪੈਦਾ ਹੋਣਾ ਸੈਲੀਬ੍ਰੇਸ਼ਨ ਤੋਂ ਘੱਟ ਨਹੀਂ, ਡਾਂਸ ਤੋਂ ਘੱਟ ਨਹੀਂ ਹੈ। ਇੱਥੇ ਜ਼ਿੰਦਗੀ ਜਸ਼ਨ ਹੈ, ਕੋਈ ਇਮਤਿਹਾਨਗਾਹ ਨਹੀਂ ਹੈ, ਕੋਈ ਜन्नत जहन्नम नहीं है। अपने आप ते मुनसर है। दुनिया ਨੂੰ जन्नत बनाना है, जहन्नम बनाना। नजर चौहान ने, डॉक्टर सज्जाद, डॉक्टर जवाद ने, डॉक्टर शाहिद नसर ने, डॉक्टर साजदा ने ਇਹਨੂੰ ਜन्नत बना लिया, डॉक्टर नजम वगैरह ने ਇਹਨੂੰ जहन्नम बना लिया। ਸਾਦਾ ਜੀ ਗੱਲ ਹੈ, ਕੋਈ ਹੋਰ जन्नत जहन्नम ਕਿਤੇ ਜਗ੍ਹਾ ਨਹੀਂ ਹੈ। ਰਿਸ਼ਤੇਦਾਰਾਂ ਨੂੰ ਤੁਸੀਂ ਖਾਣੇ ਨੂੰ ਪੈਂਦੇ ਹੋ, ਪਿਆਰ ਜਿਹਨੂੰ ਖਾਣਾ ਹੈ, ਜਿਹਦੀ ਬੁੰਡ ਮਾਰਨੀ ਹੈ ਭੈਣ ਚੋਦ ਡੱਲੇ ਦੀ, ਕੁੱਤੇ ਦੀ, ਜਿਹਦੀ ਕੁੜੀ ਚੋਦਨੀ ਹੈ ਮਨੀਰੇ ਮਿਸਤਰੀ ਸੂਅਰ ਦੀ, ਉਹ ਤੁਸੀਂ ਕਰਦੇ ਨਹੀਂ। ਕੱਲ ਤੱਕ ਇਜਾਜ਼ਤ, ਰੱਬ ਰੱਖ।